ਦੋਸਤੋ ਐਡਜਸਟਮੈਂਟ ਆਫ ਸਟੇਟਸ ਦਾ ਜਿਹੜਾ ਨਵਾਂ ਮੈਮੋ ਆਇਆ ਹੈ ਉਹਦੇ ਵਿੱਚ USCIS ਨੇ ਆਪਣੇ ਵੀਜ਼ਾ ਅਫਸਰ ਨੂੰ ਕੁਝ ਗਾਈਡਲਾਈਨਸ ਦਿੱਤੀਆਂ ਨੇ। ਉਹਦੇ 'ਚ ਉਹਨਾਂ ਨੇ ਕਿਹਾ ਕਿ ਜਦੋਂ ਤੂੰ ਬੰਦੇ ਦਾ ਇੰਟਰਵਿਊ ਕਰੇਗਾ ਐਡਜਸਟਮੈਂਟ ਆਫ ਸਟੇਟਸ ਵਾਸਤੇ, ਉਹਦੇ ਵਿੱਚ ਤੂੰ ਕੁਝ ਨੈਗੇਟਿਵ ਔਰ ਕੁਝ ਪੋਜ਼ਿਟਿਵ ਚੀਜ਼ਾਂ ਦੇਖਣੀਆਂ ਨੇ। ਉਸ ਤੋਂ ਬਾਅਦ ਫੈਸਲਾ ਕਰਨਾ ਹੈ ਕਿ ਇਹਨੂੰ ਐਡਜਸਟਮੈਂਟ ਆਫ ਸਟੇਟਸ ਦੇਣਾ ਹੈ ਕਿ ਜਾਂ ਇਹਨੂੰ ਆਪਣੇ ਮੁਲਕ ਵਾਪਸ ਭੇਜਣਾ ਹੈ। ਔਰ ਨੈਗੇਟਿਵ ਔਰ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੇ ਸਫਾ ਨੰਬਰ 5 ਤੇ ਸਫਾ ਨੰਬਰ 6 ਦੇ ਉੱਤੇ ਆਪਣੇ ਮੈਮੋ 'ਚ ਲਿਖ ਵੀ ਦਿੱਤੀਆਂ ਨੇ। ਅੱਜ ਮੈਂ ਤੁਹਾਨੂੰ ਵਰਡ ਬਾਏ ਵਰਡ ਉਹ ਦੱਸਾਂਗਾ। ਬੜਾ ਇੰਪੋਰਟੈਂਟ ਵੀਡੀਓ ਹੈ। ਇਹ ਦੇਖਣ ਤੋਂ ਬਾਅਦ ਤੁਹਾਡੀ ਕਾਫੀ ਟੈਨਸ਼ਨ ਰਿਲੀਜ਼ ਹੋ ਜਾਏਗੀ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਵੀਡੀਓ ਨੂੰ ਆਖਰ ਤੱਕ ਦੇਖਣਾ। ਹੁਣ ਆਨੇ ਆਪਣੇ ਮੌਜੂ ਵੱਲ। ਉਹ ਕੀ ਕਹਿ ਰਿਹਾ? ਉਹ ਕਹਿੰਦਾ USCIS says officers should consider both positive and negative factors when deciding adjustment of status cases। ਕਿ ਨੈਗੇਟਿਵ ਮੈਂ ਤੁਹਾਨੂੰ ਉੱਥੋਂ ਪੜ੍ਹ ਕੇ ਦੱਸ ਰਿਹਾ ਵਾਂ। ਹੁਣ ਮੈਂ ਨਾਲ ਤੁਹਾਨੂੰ ਤਰਜਮਾ ਦੱਸਾਂਗਾ ਕਿ ਵੀਜ਼ਾ ਅਫਸਰ ਦੇਖੇਗਾ ਨੈਗੇਟਿਵ ਔਰ ਪੋਜ਼ਿਟਿਵ ਦੋਵੇਂ ਚੀਜ਼ਾਂ। ਹੁਣ ਪਹਿਲੇ ਮੈਂ ਤੁਹਾਨੂੰ ਨੈਗੇਟਿਵ ਦੱਸਣ ਲੱਗਾ ਵਾਂ। Negative factors may include violations of immigration laws or the condition of immigration status। ਕਿ immigration ਦੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਤੁਸੀਂ ਤੋੜਿਆ ਹੋਵੇ ਜਾਂ ਜਿਹੜਾ ਤੁਹਾਡਾ ਇਮੀਗ੍ਰੇਸ਼ਨ ਦਾ ਸਟੇਟਸ ਹੈ ਉਹਦੀ ਕੋਈ ਖਿਲਾਫ ਵਰਜ਼ੀ ਕੀਤੀ ਹੋਵੇ। ਹੁਣ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਨੇ। ਤੁਸੀਂ ਓਵਰਸਟੇ ਹੋਏ ਹੋਵੋ, ਤੁਸੀਂ ਜਨਾਬੇ ਅੱਲਾ ਬਗੈਰ ਵਰਕ ਆਥੋਰਾਈਜੇਸ਼ਨ ਤੋਂ ਕੰਮ ਕੀਤਾ ਹੋਵੇ, ਤੁਸੀਂ ਜਨਾਬੇ ਅੱਲਾ ਤੁਹਾਨੂੰ ਇੱਕ ਮਕਸਦ ਵਾਸਤੇ ਤੁਸੀਂ ਆਏ ਲੇਕਿਨ ਤੁਸੀਂ ਦੂਸਰੇ ਮਕਸਦ ਤੇ ਲੱਗ ਗਏ। ਇਹ ਸਾਰੀਆਂ ਚੀਜ਼ਾਂ ਆਉਂਦਾ ਵਾਇਲੇਸ਼ਨ ਦੇ ਵਿੱਚ। ਇਹ ਵਾਇਲੇਸ਼ਨ ਦੇਖੀ ਜਾਏਗੀ ਕਿ ਤੁਸੀਂ ਇਹ ਕੁਝ ਕੀਤਾ ਕਿ ਨਹੀਂ ਕੀਤਾ। ਦੂਸਰੀ ਚੀਜ਼ ਇੱਕ ਗੱਲ ਯਾਦ ਰੱਖਣਾ, ਇਹ ਜਦੋਂ ਮੈਂ ਗੱਲ ਕਰ ਰਿਹਾ ਸਿਰਫ ਵਿਜ਼ਿਟ ਵੀਜ਼ੇ ਵਾਲਿਆਂ ਦੀ ਗੱਲ ਨਹੀਂ ਹੋ ਰਹੀ ਹੈ, F1 ਵਾਲਿਆਂ ਦੀ ਵੀ ਗੱਲ ਹੋ ਰਹੀ ਹੈ, ਆਰਜ਼ੀ ਵਰਕ ਵੀਜ਼ੇ ਵਾਲਿਆਂ ਦੀ ਵੀ ਗੱਲ ਹੋ ਰਹੀ ਹੈ। ਅੱਗੇ ਆ ਜਾਓ ਜੀ। ਕਰੰਟ ਔਰ ਪ੍ਰੀਵੀਅਸ ਇੰਸਟੈਂਸਿਸ ਆਫ ਫਰਾਡ ਔਰ ਫਾਲਸ ਟੈਸਟਮਨੀ ਇਨ ਡੀਲਿੰਗ ਵਿਦ USCIS ਔਰ ਐਨੀ ਗਵਰਨਮੈਂਟ ਏਜੰਸੀ। ਕਿ ਤੁਸੀਂ ਮੌਜੂਦਾ ਤੌਰ ਤੇ ਜਿਸ ਟਾਈਮ ਤੁਸੀਂ ਇੱਥੇ ਅਮਰੀਕਾ 'ਚ ਬੈਠੇ ਹੋ ਹੁਣ ਜਾਂ ਪਹਿਲੇ ਅੰਬੈਸੀ 'ਚ USCIS ਨੂੰ ਜਾਂ ਬਾਰਡਰ ਦੇ ਉੱਤੇ ਜਦੋਂ ਤੁਸੀਂ 에ਅਰਪੋਰਟ ਤੇ ਆਏ ਹੋ ਕੋਈ ਗਲਤ ਬਿਆਨੀ ਕੀਤੀ ਹੋਵੇ ਜਾਂ ਕਿਸੇ ਵੀ ਗਵਰਨਮੈਂਟ ਏਜੰਸੀ ਦੇ ਨਾਲ ਗਲਤ ਕਾਗਜ਼ ਦਿੱਤੇ ਹੋਣ, ਝੂਠ ਬੋਲਿਆ ਹੋਵੇ, ਉਹਦੇ ਉੱਤੇ ਵੀ ਤੁਹਾਡਾ ਨੈਗੇਟਿਵ ਆ ਜਾਏਗਾ। ਹੁਣ ਉਹ ਝੂਠ ਕੀ ਹੋ ਸਕਦੇ ਨੇ? ਮਿਸਾਲ ਦੇ ਤੌਰ ਤੇ ਤੁਸੀਂ ਕਿਹਾ ਮੈਂ ਵਿਜ਼ਿਟ ਵੀਜ਼ੇ ਤੇ ਆ ਰਿਹਾ, ਮੈਂ ਸੈਰ ਕਰਨ ਆਇਆ, ਮੈਂ ਨਿਊਯਾਰਕ ਦੇਖਣਾ, 15 ਦਿਨ ਬਾਅਦ ਵਾਪਸ ਚਲਾ ਜਾਣਾ। ਤੁਸੀਂ ਇੱਥੇ ਜਨਾਬ ਬੈਠ ਗਏ ਹੋ, 6 ਮਹੀਨੇ ਤੁਹਾਡੇ ਪੂਰੇ ਹੋ ਗਏ ਨੇ, ਹੁਣ ਤੁਸੀਂ ਜਾਂ 90 ਦਿਨ ਪੂਰੇ ਹੋ ਗਏ, ਤੁਸੀਂ ਐਡਜਸਟਮੈਂਟ ਆਫ ਸਟੇਟਸ ਕਰ ਲਿਆ। ਇਹਨੂੰ ਮਿਸ ਰਿਪਰੈਜ਼ੈਂਟੇਸ਼ਨ ਕਹਿੰਦੇ ਨੇ। ਇਹਦੇ ਵਿੱਚ ਇਹ ਨਹੀਂ ਕਿ ਹੁਣ ਇਹ ਕਾਨੂੰਨ ਨਹੀਂਗਾ, ਕਾਨੂੰਨ ਤੇ ਹੈਗਾ ਲੇਕਿਨ ਹੁਣ ਤੁਹਾਨੂੰ ਇਹ ਸਾਬਤ ਕਰਨਾ ਪਏਗਾ, ਇੱਕ ਸਟਰੋਂਗ ਕੇਸ ਬਣਾਉਣਾ ਪਏਗਾ। ਜਿਹੜਾ ਮੈਂ ਪਹਿਲੇ ਹੀ ਦੱਸ ਚੁੱਕਿਆ, ਵਕੀਲ ਬਣਾਉਣਗੇ ਹੁਣ ਕਿ ਬਈ ਹਾਂ ਮੈਂ ਇਸ ਵਜ੍ਹਾ ਨਾਲ ਆਇਆ ਸਾਂ ਲੇਕਿਨ ਇਹ ਵਜ੍ਹਾ ਹੋ ਗਈ ਤੇ ਹੁਣ ਮੈਂ ਐਡਜਸਟਮੈਂਟ ਆਫ ਸਟੇਟਸ ਮੈਨੂੰ ਦਿਓ। ਉਹ ਚੀਜ਼ਾਂ ਅੱਗੇ ਪੋਜ਼ਿਟਿਵ ਵੀ ਦੱਸਾਂਗਾ ਨਾ, ਫਿਰ ਤੁਹਾਨੂੰ ਕਾਫੀ ਮਜ਼ੀਦ ਜਿਹੜਾ ਨਾ ਹੌਸਲਾ ਹੋਏਗਾ। ਆਈਏ ਮੈਂ ਸਿਰਫ ਨੈਗੇਟਿਵ ਦੱਸ ਰਿਹਾ ਵਾਂ। ਇਹ ਚੀਜ਼ ਆ ਗਈ ਜੀ। ਅਗਲੀ ਚੀਜ਼ ਉਹ ਕਹਿ ਰਿਹਾ ਕਿ ਵੈਦਰ ਐਨ ਐਲੀਅਨ ਐਪਲੀਕੇਸ਼ਨ ਫॉर admission or parole violated the laws, regulations and policies in place at the time। ਕਿ ਜਦੋਂ ਤੁਸੀਂ ਅਮਰੀਕਾ ਆਏ ਹੋ, ਪਰੋਲ ਤੇ ਆਏ ਹੋ ਜਾਂ ਤੁਸੀਂ ਵਿਜ਼ਿਟ ਵੀਜ਼ੇ ਤੇ ਆਏ ਹੋ ਲੇਕਿਨ ਤੁਸੀਂ ਜਿਹੜੇ ਇੱਥੋਂ ਦੇ ਕਾਨੂੰਨ ਸਨ, ਕੋਈ ਕਾਨੂੰਨ ਤੋੜਿਆ, ਉਹ ਜਿਹੜਾ ਨਾ ਉਹਦੇ ਤੇ ਵੀ ਤੁਹਾਡਾ ਕੋਈ ਕਿਸੇ ਕਿਸਮ ਦਾ ਵੀ ਕੋਈ ਕਾਨੂੰਨ ਨਹੀਂ। ਯਾਨੀ ਵਿਜ਼ਿਟ ਵੀਜ਼ੇ ਦੇ ਉੱਤੇ ਤੁਹਾਨੂੰ ਜੋ ਫੈਸਿਲਿਟੀ ਮਿਲੀ ਤੁਸੀਂ ਉਹਨੂੰ ਤੋੜਿਆ, ਤੁਸੀਂ ਜਨਾਬ ਪਰੋਲ ਤੇ ਉੱਤੇ ਤੋੜਿਆ, ਉਹ ਵੀ ਇਹਦੇ 'ਚ ਕਾਊਂਟ ਹੋਏਗੀ ਨੈਗੇਟਿਵ ਤੌਰ ਦੇ ਉੱਤੇ। Conduct after admission as a non-immigrant or parole that is inconsistent with the purpose of that status or parole। ਤੁਸੀਂ ਜਨਾਬੇ ਅੱਲਾ ਕਹਿ ਕੇ ਆਏ ਕਿ ਮੈਂ ਵਿਜ਼ਿਟ ਕਰਨ ਆਇਆ ਵਾਂ, ਜਿਹੜੀ ਗੱਲ ਮੈਂ ਪਹਿਲੇ ਕੀਤੀ ਹੈ, ਤੇ ਤੁਸੀਂ ਜਨਾਬ ਇੱਥੇ ਐਡਜਸਟਮੈਂਟ ਆਫ ਸਟੇਟਸ ਕਰ ਲਿਆ ਜਾਂ ਪਰੋਲ ਤੇ ਆਏ, ਤੁਸੀਂ ਕੁਝ ਬਿਆਨ ਦਿੱਤਾ, ਬਾਅਦ ਚੋਂ ਕੁਝ ਹੋਰ ਸਾਬਤ ਹੋਇਆ, ਇਹਨੂੰ ਜਿਹੜਾ ਨੈਗੇਟਿਵ ਦੇ ਉੱਤੇ ਲਿਆ ਜਾਏਗਾ। ਅੱਗੇ ਆ ਗਿਆ ਜੀ, failure to depart as expected, especially when connected to an intention to permanently remain in the United States instead of using the normal immigration visa process। ਐਂਡ ਸਭ ਤੋਂ ਇੰਪੋਰਟੈਂਟ ਹੈ ਵਿਜ਼ਿਟ ਵੀਜ਼ੇ ਵਾਲੇ ਵਾਸਤੇ, ਵੈਸੇ ਤਾਂ ਸਾਰਿਆਂ ਵਾਸਤੇ ਲੇਕਿਨ ਵਿਜ਼ਿਟ, ਕਿ ਜਦੋਂ ਤੁਸੀਂ ਵੀਜ਼ਾ ਲਿਆ ਉਦੋਂ ਤੁਸੀਂ ਕਿਹਾ ਕਿ ਬਈ ਮੈਂ 6 ਮਹੀਨੇ ਦਾ ਜਾ ਰਿਹਾ, ਮੈਂ ਮਹੀਨੇ ਵਾਸਤੇ ਜਾ ਰਿਹਾ, 2 ਮਹੀਨੇ ਵਾਸਤੇ ਜਾ ਰਿਹਾ, 6 ਮਹੀਨੇ ਤੁਹਾਨੂੰ ਐਂਟਰੀ ਮਿਲੀ ਲੇਕਿਨ ਤੁਸੀਂ ਓਵਰਸਟੇ ਹੋ ਗਏ। ਤੁਸੀਂ ਕਿਹਾ ਮੈਂ ਤਾਂ ਸਟੂਡੈਂਟ ਹਾਂ, ਮੈਂ ਸਟੂਡੈਂਟ ਤੇ ਆਇਆ, ਪੜ੍ਹਾਈ ਮੁਕੰਮਲ ਕੀਤੀ ਲੇਕਿਨ ਤੁਸੀਂ ਫਿਰ ਉਸ ਤੋਂ ਬਾਅਦ ਇੱਥੇ ਹੀ ਰਹਿ ਗਏ। ਤੁਸੀਂ ਆਰਜ਼ੀ ਵੀਜ਼ੇ ਤੇ ਆਏ ਲੇਕਿਨ ਤੁਸੀਂ ਆਰਜ਼ੀ ਵਰਕ ਵੀਜ਼ੇ ਤੇ ਉਹ ਪੂਰਾ ਹੋ ਗਿਆ, ਤੁਸੀਂ ਫਿਰ ਇੱਥੇ ਰਹਿ ਗਏ ਔਰ ਵਾਪਸ ਨਹੀਂ ਗਏ। ਇਹ ਹੁਣ ਹੋਏਗਾ ਨੈਗੇਟਿਵ। ਹੁਣ ਯਾਦ ਰੱਖੋ ਓਵਰਸਟੇ ਦੇ ਵਿੱਚ ਕਾਫੀ ਪ੍ਰੋਬਲਮ ਬਣਨ ਦੇ ਚਾਂਸਿਸ ਨੇ ਲੇਕਿਨ ਕੇਸ ਸਟਰੋਂਗ ਹੋਏਗਾ, ਵਜ੍ਹਾ ਹੋਏਗੀ ਔਰ ਅਗਲੇ ਜਿਹੜੀਆਂ ਚੀਜ਼ਾਂ ਦੱਸਣ ਲੱਗਾ ਮੈਂ ਪੋਜ਼ਿਟਿਵ ਦੇ ਵਿੱਚ ਉਹ ਹੋਣਗੀਆਂ ਤੇ ਤੁਹਾਡਾ ਚਾਂਸਿਸ ਹੈਗੇ ਨੇ ਐਡਜਸਟਮੈਂਟ ਆਫ ਸਟੇਟਸ ਦੇ। ਪਰ ਡਿਪੈਂਡ ਕਰਦਾ ਤੁਸੀਂ ਕੇਸ ਕਿਸ ਤਰ੍ਹਾਂ ਆਪਣਾ ਤਿਆਰ ਕਰਦੇ ਹੋ ਜਾਂ ਕਰਵਾਉਂਦੇ ਹੋ ਵਕੀਲ ਕੋਲੋਂ। USCIS also says officer must weigh positive factors and consider the totality of the circumstances। ਪੋਜ਼ਿਟਿਵ ਚੀਜ਼ਾਂ ਵੀ ਦੇਖਣ। USA ਹੁਣ ਮੈਂ ਪੋਜ਼ਿਟਿਵ ਵੱਲ ਆ ਰਿਹਾ ਵਾਂ ਕਿ ਜਿਹੜੀਆਂ ਮੁਸਬਤ ਚੀਜ਼ਾਂ ਨੇ
ਉਹ ਵੀ ਦੇਖਣ, ਔਰ ਨਾਲ ਕੀ ਲਫ਼ਜ਼ ਉਹਨੇ ਬੋਲਿਆ, ਟੋਟੈਲਿਟੀ ਆਫ ਦੀ ਸਰਕਮਸਟੈਂਸਿਸ, ਇਜਤਮਾਈ ਹਾਲਾਤ, ਮਜਮੂਈ ਹਾਲਾਤ ਦਾ ਜਾਇਜ਼ਾ ਲੈਣ। ਯਾਨੀ ਕਿ ਇਸ ਬੰਦੇ ਦੇ ਹਾਲਾਤ ਕੀ ਨੇ। ਇਹ ਨਹੀਂ ਕਿ ਯਾਰ ਵੀਜ਼ੇ ਤੇ ਆਇਆ ਸੀ ਤੇ ਹੁਣ ਇਹਨੇ ਸ਼ਾਦੀ ਕਰ ਲਈ ਏ, ਉਹ ਯਾਰ ਸਟੂਡੈਂਟ ਹੈਗਾ ਸੀ ਤੇ ਹੁਣ ਐਡਜਸਟਮੈਂਟ ਆਫ ਸਟੇਟਸ ਕਰ ਲਿਆ, ਨੇ ਕੰਮ ਲੱਭ ਲਿਆ, ਨੇ ਸ਼ਾਦੀ ਕਰ ਲਈ। ਇਹ ਦੇਖਣਾ ਕਿ ਕਿਸ ਹਾਲਾਤ 'ਚ ਕੀਤਾ ਹੈ, ਉਹ ਕੀ ਹਾਲਾਤ ਨੇ, ਉਹ ਮੈਂ ਹੁਣ ਅੱਗੇ ਦੱਸਾਂਗਾ ਤੁਹਾਨੂੰ। ਇਨਕਲੂਡਿੰਗ ਲਫ਼ਜ਼ ਉਹਨੇ ਬੋਲਿਆ, ਇਨਕਲੂਡਿੰਗ ਫੈਮਿਲੀ ਟਾਈਜ਼। ਹੁਣ ਫੈਮਿਲੀ ਟਾਈਜ਼ ਦਾ ਮਤਲਬ ਹੈ ਕਿ ਉਹਨਾਂ ਦੀ ਫੈਮਿਲੀ ਸਾਰੀ ਇੱਥੇ ਵੇ ਤੇ ਇੱਕ ਬੰਦਾ ਜਨਾਬ ਰਹਿ ਗਿਆ, ਉਹਨੂੰ ਥੋੜਾ ਪੋਜ਼ਿਟਿਵ ਲਿਆ ਜਾਏਗਾ ਕਿ ਯਾਰ ਇਕੱਲਾ ਬੰਦਾ ਉੱਥੇ ਹੈਗਾ ਸੀ, ਹੁਣ ਆਇਆ, ਇਹਨੂੰ ਐਡਜਸਟਮੈਂਟ ਆਫ ਸਟੇਟਸ ਦੇ ਦਿਓ, ਇਹਦਾ ਪੂਰਾ ਖਾਨਦਾਨ ਇੱਥੇ ਵੇ। ਇਸ ਕੇਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਚਾਂਸਿਸ ਨੇ ਉਹ ਦੋ ਕੈਟੇਗਰੀਆਂ ਦੇ ਨੇ। ਮੇਰਾ ਤਜਜ਼ੀਆ, ਉਹਨਾਂ ਨੇ ਕਿਹਾ ਨਹੀਂ, ਮੇਰਾ ਤਜਜ਼ੀਆ, ਪੈਰੈਂਟਸ, ਜਿਹੜੇ ਪੈਰੈਂਟਸ ਇੱਥੇ ਆ ਕੇ ਐਡਜਸਟਮੈਂਟ ਆਫ ਸਟੇਟਸ ਕਰਨਗੇ ਉਹਨਾਂ ਦੇ ਬਹੁਤ ਅੱਛੇ ਚਾਂਸਿਸ ਨੇ। ਹਾਂ, ਉਹਨਾਂ ਨੂੰ ਜ਼ਾਹਰ ਹੈ ਰੀਜ਼ਨ ਦੱਸਣੀ ਪਏਗੀ, ਲੇਕਿਨ ਚਾਂਸਿਸ ਬਹੁਤ ਅੱਛੇ ਨੇ। ਔਰ ਦੂਜੇ ਸਪਾਊਸ, ਮੀਆਂ ਜਾਂ ਬੀਵੀ ਜਿਹੜੇ ਵੀਜ਼ੇ ਤੇ ਆਏ ਔਰ ਇੱਥੇ ਆ ਕੇ ਐਡਜਸਟਮੈਂਟ ਆਫ ਸਟੇਟਸ ਕਰ ਰਹੇ ਨੇ, ਉਹਨਾਂ ਦੇ ਵੀ ਬਹੁਤ ਅੱਛੇ ਚਾਂਸਿਸ ਨੇ। ਕੇਸ ਸਟਰੋਂਗ ਹੋਵੇ, ਰੀਜ਼ਨ ਅੱਛੀ ਹੋਵੇ, ਚਾਂਸ ਮਿਲੇਗਾ। ਲੇਕਿਨ ਇਹ ਦੋ ਕੈਟੇਗਰੀਆਂ ਦੇ ਅੱਛੇ ਚਾਂਸਿਸ ਨੇ। F4 ਵਾਲਿਆਂ ਦੇ ਵੀ ਚਾਂਸਿਸ, ਜ਼ਾਹਰ ਚਾਂਸਿਸ ਤੇ ਸਭ ਦੇ ਨੇ, ਲੇਕਿਨ ਕੁਝ ਕਮਜ਼ੋਰ ਚਾਂਸਿਸ ਨੇ, ਕੁਝ ਸਟਰੋਂਗ ਚਾਂਸਿਸ ਨੇ। F4 F3 ਦੇ ਕਮਜ਼ੋਰ ਚਾਂਸਿਸ ਨੇ, ਲੇਕਿਨ ਕੇਸ ਅੱਛਾ ਤਿਆਰ ਹੋਏਗਾ ਵੀ ਇਹ ਲੜਕੀ ਇਕੱਲੀ ਰਹਿ ਗਈ, ਸਾਰੀ ਫੈਮਿਲੀ ਇੱਥੇ ਵੇ, ਇਹ ਸਰਕਮਸਟੈਂਸਿਸ ਨੇ ਦਿਓ ਜੀ। ਇਹ ਮਾਂ ਪਿਓ ਇਕੱਲੇ ਨਹੀਂ ਰਹਿ ਸਕਦੇ, ਇਹਨਾਂ ਦੀ ਕੋਈ ਇਨਕਮ ਹੀ ਨਹੀਂ ਹੈਗੀ, ਇਹ ਸਫਰ ਹੀ ਨਹੀਂ ਕਰ ਸਕਦੇ। ਵਕੀਲ ਕੋਲੋਂ ਕੇਸ ਤਿਆਰ ਕਰਾਓ, ਨਾਲ ਮੈਡੀਕਲ ਇੰਸ਼ੋਰੈਂਸ ਲਾਓ, ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿ ਯਾਰ ਕਿ ਵੈਲਫੇਅਰ ਦੇ ਉੱਤੇ ਨਹੀਂ ਇਹਨਾਂ ਨੇ ਰਹਿਣਾ, ਕਿਉਂਕਿ ਮੇਨ ਮਸਲਾ ਤਾਂ ਇਸ ਟਾਈਮ ਵੈਲਫੇਅਰ ਦਾ ਵੀ ਤਾਂ ਬਣਿਆ ਨਾ, ਨਾਲ ਜਿਹੜਾ ਪੌਜ਼ ਲੱਗਾ ਹੈ। ਇਸ ਵਾਸਤੇ ਇਹ ਤੁਹਾਡਾ ਅਗਰ ਕੇਸ ਸਟਰੋਂਗ ਹੋਏਗਾ, ਇੱਕ ਅੱਛੀ ਵਜ੍ਹਾ ਹੋਏਗੀ, ਚਾਂਸਿਸ ਬਹੁਤ ਨੇ ਐਡਜਸਟਮੈਂਟ ਆਫ ਸਟੇਟਸ ਦੇ। ਇਹ ਕੰਮ ਵਕੀਲ ਨੇ ਕਰਨਾ ਹੈ। ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਸਿਰਫ ਖਾਲੀ ਫਾਰਮ ਭਰ ਕੇ ਭੇਜਣ ਨਾਲ ਇਹ ਕੰਮ ਨਹੀਂ ਹੋਣਾ। ਇੰਟਰਵਿਊ ਹੋਣੇ ਨੇ, ਇੰਟਰਵਿਊ ਦੇ ਵਿੱਚ ਜੇ ਕੇਸ ਸਟਰੋਂਗ ਨਾ ਹੋਇਆ, ਅਗਰ ਵੈਲਿਡ ਵਜ੍ਹਾ ਨਾ ਦੇ ਸਕੇ, ਉਹਦਾ ਸਬੂਤ ਨਾ ਦੇ ਸਕੇ, ਉਹਨਾਂ ਨੇ ਉਸੇ ਵੇਲੇ ਇਹਨੂੰ ਰਿਫਿਊਜ਼ ਕਰ ਦੇਣਾ। ਜੇ ਮੈਂ ਤੁਹਾਨੂੰ ਪਹਿਲੇ ਦੱਸ ਰਿਹਾ ਨਾਲ ਇਮੀਗ੍ਰੇਸ਼ਨ ਸਟੇਟਸ ਐਂਡ ਹਿਸਟਰੀ, ਕਿ ਪਹਿਲੇ ਤੁਹਾਡੀ ਇਮੀਗ੍ਰੇਸ਼ਨ ਸਟੇਟਸ ਤੇ ਹਿਸਟਰੀ ਕੀ ਹੈ। ਹੁਣ ਉਹ ਕੀ ਹੈ, ਉਹਦੇ ਵਿੱਚ ਕਿ ਤੁਹਾਨੂੰ ਜੋ ਵੀਜ਼ਾ ਮਿਲਿਆ, ਤੁਸੀਂ ਇੱਥੇ ਆਏ, ਜਿੰਨੇ ਦਿਨ ਦਾ ਵੀਜ਼ਾ ਮਿਲਿਆ ਉਹਨੇ ਦਿਨ ਰਹੇ, ਵਾਪਸ ਚਲੇ ਗਏ। ਇਹਦੇ ਵਿੱਚ ਸਟੂਡੈਂਟ ਵੀ ਸ਼ਾਮਲ ਨੇ, ਵਿਜ਼ਿਟ ਵੀਜ਼ੇ ਵਾਲੇ ਵੀ ਸ਼ਾਮਲ ਨੇ, ਇਹਦੇ ਚ J1 ਵਾਲੇ ਵੀ ਸ਼ਾਮਲ ਨੇ, ਆਰਜ਼ੀ ਵਰਕ ਵੀਜ਼ੇ ਵਾਲੇ ਵੀ ਸ਼ਾਮਲ ਨੇ, ਇਹਦੇ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਨੇ, ਕੋਈ ਵੀ ਇਹਦੇ ਚ ਸ਼ਾਮਲ ਹੈ ਕਿ ਇਹ ਆਇਆ, ਜਿਨ੍ਹਾਂ ਨੂੰ ਵੀਜ਼ਾ ਮਿਲਿਆ ਉਹਨੇ ਸਟੇ ਕੀਤਾ, ਰਿਹਾ, ਕੋਈ ਵਾਇਲੇਸ਼ਨ ਨਹੀਂ ਕੀਤੀ, ਕੁਛ ਨਹੀਂ ਕੀਤਾ, ਇਹ ਪੋਜ਼ਿਟਿਵ ਹੈਗਾ ਜੀ। ਇਹ ਵੀ ਦੇਖਿਆ ਜਾਵੇ, ਇਹ ਵੀ ਉਹਨੇ ਨਾਲ ਲਿਖਿਆ। ਮੋਰਲ ਕਰੈਕਟਰ, ਹੁਣ ਇਹ ਬੜਾ ਇੰਪੋਰਟੈਂਟ ਹੈ। ਇਹਦੇ ਵਿੱਚ ਜ਼ਿਆਦਾ ਵਿਜ਼ਿਟ ਵੀਜ਼ੇ ਵਾਲੇ ਤੇ ਜ਼ਾਹਰ ਹੈ ਹਰ ਚੀਜ਼ 'ਚ ਸ਼ਾਮਲ ਨੇ, ਲੇਕਿਨ ਇਹਦੇ 'ਚ ਜ਼ਿਆਦਾ ਸਟੂਡੈਂਟ ਔਰ ਆਰਜ਼ੀ ਵਰਕ ਵੀਜ਼ੇ ਵਾਲੇ ਸ਼ਾਮਲ ਨੇ। ਹੁਣ ਮੋਰਲ ਕਰੈਕਟਰ ਦੇ ਵਿੱਚ ਉਹ ਇਸ ਵਾਸਤੇ ਸ਼ਾਮਲ ਨੇ ਕਿ ਉਹਨਾਂ ਨੇ ਇੱਥੇ ਟੈਕਸ ਜਮ੍ਹਾਂ ਕਰਵਾਇਆ, ਉਹਨਾਂ ਨੇ ਇੱਥੇ ਕੰਮ ਕੀਤਾ, ਉਹਨਾਂ ਨੇ ਇੱਥੇ ਗੱਡੀਆਂ ਲਈਆਂ, ਕਿਉਂਕਿ ਉਹਨਾਂ ਨੂੰ ਇਜਾਜ਼ਤ ਹੈ ਕੰਮ ਕਰਨ ਦੀ ਵੀ, ਆਰਜ਼ੀ ਵੀਜ਼ੇ ਵਾਲੇ ਨੂੰ, ਸਟੂਡੈਂਟ ਨੂੰ ਇੱਕ ਹੱਦ ਤੱਕ, ਔਰ ਨਾਲ ਉਹਨਾਂ ਨੂੰ ਗੱਡੀ ਚਲਾਉਣ ਦੀ ਇਜਾਜ਼ਤ ਹੈ, ਨਾਲ ਉਹਨਾਂ ਨੂੰ ਇੱਥੋਂ ਦੇ ਮਾਮਲਾਤ ਕਰਨ ਦੀ ਇਜਾਜ਼ਤ ਹੈ। ਵਿਜ਼ਿਟ ਵੀਜ਼ੇ ਵਾਲਿਆਂ ਨੂੰ ਤਾਂ ਨਹੀਂ ਇਜਾਜ਼ਤ ਹੁੰਦੀ ਨਾ, ਉਹਨਾਂ ਨੂੰ ਤੇ ਦੋ ਕੈਟੇਗਰੀਆਂ ਨੂੰ ਇਜਾਜ਼ਤ ਹੈ। ਉਹਦੇ ਵਿੱਚ ਉਹਨਾਂ ਨੇ ਕੋਈ ਐਸੀ ਟਿਕਟ ਤੇ ਨਹੀਂ ਲਈ, ਸ਼ਰਾਬ ਪੀ ਕੇ ਗੱਡੀ ਤੇ ਨਹੀਂ ਚਲਾਈ, ਲੜਾਈ ਝਗੜਾ ਤੇ ਨਹੀਂ ਕੀਤਾ, ਡੋਮੈਸਟਿਕ ਵਾਇਲੈਂਸ ਤੇ ਨਹੀਂ ਕੀਤਾ, ਉਹਨਾਂ ਦੇ ਉੱਤੇ ਪੁਲਿਸ ਤੇ ਨਹੀਂ ਆਈ, ਕੋਈ ਮਿਸਡਿਮੀਨਰ ਤੇ ਨਹੀਂ ਲੱਗਾ, ਕੋਈ ਫੈਲਨੀ ਤੇ ਨਹੀਂ ਲੱਗੀ। ਇਹ ਚੀਜ਼ਾਂ ਦੇਖੀਆਂ ਜਾਣਗੀਆਂ। ਇਹ ਮੋਰਲ ਕਰੈਕਟਰ ਚਾਹੁੰਦਾ। ਕੋਈ ਫਾਈਨੈਂਸ਼ੀਅਲ ਪ੍ਰੋਬਲਮ ਤੇ ਨਹੀਂ ਕੀਤੀ, ਕ੍ਰੈਡਿਟ ਕਾਰਡ ਲੈ ਕੇ ਤੇ ਉਹਨੂੰ ਬੈਂਕਰਪਸੀ ਤੇ ਨਹੀਂ ਕਰਾ ਦਿੱਤੀ, ਕ੍ਰੈਡਿਟ ਕਾਰਡ ਦੀ ਪੇਮੈਂਟ ਦੇ ਟਾਈਮ ਤੇ। ਇਹ ਸਾਰੀਆਂ ਚੀਜ਼ਾਂ ਮੋਰਲ ਕਰੈਕਟਰ ਚਾਹੁੰਦੀਆਂ ਨੇ। ਬੜਾ ਵਸੀ, ਬੜਾ ਵੱਡਾ ਸਬਜੈਕਟ ਹੈ। ਇਹ ਚੀਜ਼ਾਂ ਦੇਖੀਆਂ ਜਾਣਗੀਆਂ ਜੇ ਪਲੱਸ ਪੁਆਇੰਟ ਦੇ ਵਿੱਚ। ਸੋਸ਼ਲ ਐਂਡ ਹਿਊਮਨ ਕੰਸੀਡਰੇਸ਼ਨ, ਇਹ ਹੁਣ ਬਹੁਤ ਇੰਪੋਰਟੈਂਟ ਹੈ। ਇਹ ਕੀ ਹੈ ਜੀ, ਇਨਸਾਨੀ ਹਕੂਕ ਦੀ ਬੁਨਿਆਦ ਦੇ ਉੱਤੇ ਦੇਖਿਆ ਜਾਏਗਾ ਕਿ ਯਾਰ ਇਹ ਵਿਚਾਰੇ ਦਾ ਇਹ ਮਸਲਾ ਹੈ ਤੇ ਇਹਨੂੰ ਦਿੱਤਾ ਜਾਏ, ਇਹਦਾ ਇਹ ਮਸਲਾ। ਹੁਣ ਉਹ ਜਿਹੜਾ ਮਸਲਾ ਹੈ ਨਾ, ਉਹ ਬਹੁਤ ਵੱਡੇ ਨੇ, ਉਹ ਮੁਖਤਲਿਫ ਨੇ। ਮੈਂ ਪਹਿਲੇ ਵੀ ਡਿਸਕਸ ਕਰ ਚੁੱਕਿਆ। ਮਾਂ ਬਾਪ ਦੇ ਮਸਲੇ ਨੇ, ਭੈਣ ਭਰਾਵਾਂ ਦੇ ਮਸਲੇ ਨੇ, ਫਾਈਨੈਂਸ਼ੀਅਲੀ ਮਸਲੇ ਨੇ, ਕੋਈ ਨਬੀਨਾ ਹੈ, ਬੇਤਾਸ਼ਾ ਮਸਲੇ। ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ ਵਾ ਕਈ ਵਾਰੀ ਕਿ 2 ਸਾਲ ਪਹਿਲੇ ਮੈਂ ਇਹ ਵੀਡੀਓ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਇਹ ਇਮੀਗ੍ਰੇਸ਼ਨ ਦੇ ਵਿੱਚ ਤੇ ਮਸਲੇ ਹੀ ਮਸਲੇ ਨੇ। ਲੋਕਾਂ ਦੇ ਇੰਨੇ ਨੇ ਮਸਲੇ ਨੇ ਕਿ ਅਸੀਂ ਸਾਨੂੰ ਤੇ ਆਪਣੇ ਕੇਸ ਦਾ ਪਤਾ ਹੁੰਦਾ, ਸਿੱਧਾ ਜੀ ਇਹ ਵੀਜ਼ਾ ਤੇ ਇਹ ਆਏ ਤੇ ਬਸ ਜੀ। ਲੋਕੀ ਵਿਚਾਰੇ ਬੜੇ ਮਸਾਇਲ ਚੋਂ ਲੰਘਦੇ ਨੇ। ਤਾਂ ਤੇ ਮੈਨੂੰ ਜ਼ਿਆਦਾ ਸ਼ੌਕ ਪਿਆ ਸੀ ਕਿ ਯਾਰ ਚਲੋ ਲੋਕਾਂ ਦੀ ਹੈਲਪ ਹੋ ਰਹੀ ਹੈ, ਔਰ ਅਸਲ ਵਿੱਚ ਤੁਸੀਂ ਪਿਆਰ ਵੀ ਕੀਤਾ। ਤੇ ਇਸ ਵਾਸਤੇ ਮਸਲੇ ਬਹੁਤ ਹੁੰਦੇ ਨੇ। ਉਹਨੇ ਬਹੁਤ ਈਜ਼ੀਲੀ ਕਹਿਤਾ, ਬੜਾ ਆਸਾਨੀ ਨਾਲ, ਇੱਕ ਆਸਾਨ ਲਫ਼ਜ਼ ਬੋਲਤੀ ਕਿ ਇਨਸਾਨੀ ਹਕੂਕ ਦੀ ਬੁਨਿਆਦ ਉੱਤੇ ਵੀ ਅਸੀਂ ਫੈਸਲੇ ਕਰਾਂਗੇ। ਅੱਗੇ ਆ ਜਾਓ ਜੀ। ਐਨੀ ਅਦਰ ਰੈਲੀਵੈਂਟ ਫੈਕਟਰ ਬੇਰਿੰਗ ਔਨ ਵੈਦਰ ਦੀ ਐਪਲੀਕੈਂਟ warrants a favorable exercise of discretion and whether approval is in the best interest of the United States। ਫਿਰ ਉਹੀ ਗੱਲ ਉਹਨੇ ਆਖਰ ਤੇ ਕਰ ਦਿੱਤੀ ਹੈ ਕਿ ਜਨਾਬ ਅਸੀਂ ਇਹ ਦੇਖਾਂਗੇ ਕਿ ਇਸ ਬੰਦੇ ਦੇ ਉੱਤੇ ਕੀ ਕੀ ਮਾਮਲਾਤ ਨੇ ਇਜਤਮਾਈ ਤੌਰ ਤੇ। ਇਹ ਹੁਣ ਇਜਤਮਾਈ ਸਰਕਮਸਟੈਂਸ ਦੇਖੇ ਜਾਣਗੇ ਜਿਹੜੇ ਤੁਹਾਡੇ ਤੇ ਮੇਰੀ ਸੋਚ ਤੋਂ ਬਾਹਰ ਨੇ। ਤੁਹਾਡੇ ਤੇ ਮੇਰੇ ਤੋਂ ਮੁਰਾਦ ਉਹ ਲੋਕ ਜਿਨ੍ਹਾਂ ਦੇ ਜਿਹੜੇ ਆਮ ਜ਼ਿੰਦਗੀ ਗੁਜ਼ਾਰ ਰਹੇ ਨੇ। ਅਸੀਂ ਕੰਮ ਤੇ ਜਾਂਦੇ ਹਾਂ, ਘਰ ਆਉਂਦੇ ਹਾਂ, ਸਾਨੂੰ ਪਤਾ ਹੀ ਨਹੀਂ ਲੋਕਾਂ ਦੇ ਕੀ ਕੀ ਮਸਾਇਲ ਨੇ, ਕੀ ਕੀ ਕੇਸ ਨੇ। ਉਹ ਕੇਸ ਦੇਖੇ ਜਾਣਗੇ। ਐਸੇ ਪ੍ਰੋਬਲਮਸ ਮੇਰੇ ਕੋਲ ਆਉਂਦੇ ਨੇ ਕਿ ਮੈਂ ਖੁਦ ਹੈਰਾਨ ਪਰੇਸ਼ਾਨ ਰਹਿ ਜਾਂਦਾ ਯਾਰ ਕਿ ਇਹ ਵਿਚਾਰੇ ਦਾ ਕਿਸ ਤਰ੍ਹਾਂ ਦੇ ਮਾਮਲਾਤ ਬਣੇ ਪਏ ਨੇ। ਤਾਂ ਫਿਰ ਮੇਰੇ ਅੰਦਰ ਇਹ ਜਜ਼ਬਾ ਵੀ ਪੈਦਾ ਹੁੰਦਾ। ਖੈਰ,
ਤੇ ਉਹ ਚੀਜ਼ਾਂ ਵੀ ਦੇਖੀਆਂ ਜਾਣਗੀਆਂ। ਉਹ ਜਿਹੜੇ ਹਿਡਨ ਪ੍ਰੋਬਲਮਸ ਲੋਕਾਂ ਦੇ ਹੁੰਦੇ ਨੇ, ਜਿਹੜੇ ਇੰਨੇ ਕਾਮਨ ਨਹੀਂ ਹੁੰਦੇ, ਉਹ ਵੀ ਡਿਸਕਸ ਹੋਣਗੇ। ਉਹ ਤੁਸੀਂ ਆਪਣੇ ਵਕੀਲਾਂ ਨਾਲ ਡਿਸਕਸ ਕਰੋਗੇ, ਉਸ ਹਿਸਾਬ ਨਾਲ ਕੇਸ ਬਣਾਉਣਗੇ, ਜਾਂ ਤੁਸੀਂ ਆਪਣੇ ਸਵਾਲਾਂ ਦੇ ਜਵਾਬ ਦਿਓਗੇ ਇੰਟਰਵਿਊ 'ਚ, ਉਸ ਹਿਸਾਬ ਨਾਲ ਹੋਏਗਾ। ਨਾਲ ਉਹਨਾਂ ਨੇ ਆਖਰੀ ਲਾਈਨ ਉਹੀ ਲਿਖੀ ਜਿਹੜੀ ਮੈਂ 2-3 ਦਿਨਾਂ ਤੁਹਾਨੂੰ ਦੱਸ ਰਿਹਾ ਕਿ ਅਗਰ ਇਸ ਬੰਦੇ ਦਾ ਅਮਰੀਕਾ ਨੂੰ ਫਾਇਦਾ ਹੋਏਗਾ ਤੇ ਉਹ ਵੀ ਪਲੱਸ ਪੁਆਇੰਟ ਹੈ ਸਾਰੇ ਉਹਦੇ ਵਿੱਚ। ਫਿਰ H1B ਵਾਲੇ ਵੀ ਨੇ, ਸਾਰੇ ਨੇ। H1B ਵਾਲਿਆਂ ਦੇ ਚਾਂਸਿਸ ਤੇ ਵੈਸੇ ਵੀ ਬਹੁਤ ਅੱਛੇ ਨੇ, ਕਿਉਂਕਿ ਉਹਨਾਂ ਦੀ ਕਾਫੀ ਕਲੀਅਰੈਂਸਾਂ ਆ ਰਹੀਆਂ ਨੇ। ਕਲੀਅਰੈਂਸ ਤੋਂ ਮੁਰਾਦ ਹੈ ਕਿ ਉਹਨਾਂ ਨੂੰ ਕਾਫੀ ਉਹਨਾਂ ਦੀ ਜਿਹੜੀ ਹੈਗੀ ਨਾ ਉਹਦਾ ਜਿਹੜਾ ਤਜਜ਼ੀਆ ਕੀਤਾ ਜਾ ਰਿਹਾ ਹੈ, ਜੋ ਰਿਜ਼ਲਟ ਨਿਕਲ ਰਿਹਾ ਆ ਰਿਹਾ ਹੈ। ਲੇਕਿਨ ਮਜ਼ੀਦ ਮੈਂ ਬਾਰ-ਬਾਰ ਆਪਣੇ ਵੀਡੀਓ 'ਚ ਵੀ ਕਹਿੰਦਾ, ਹੁਣ ਵੀ ਕਹਿ ਰਿਹਾ, ਅਗਰ ਕਿਸੇ ਦਾ ਇੰਟਰਵਿਊ ਹੋ ਰਿਹਾ ਜਾਂ ਹੋਣ ਵਾਲਾ, ਪਲੀਜ਼ ਸਾਨੂੰ ਲਾਜ਼ਮੀ ਦੱਸਣਾ। ਮੈਨੂੰ ਜਿਸ ਤਰ੍ਹਾਂ ਪਤਾ ਲੱਗੇਗਾ ਮੈਂ ਵੀ ਨਾਲ-ਨਾਲ ਦੱਸਦਾ ਰਹਾਂਗਾ। ਥੈਂਕ ਯੂ ਸੋ ਮਚ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ।